ਕਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਕਰੀਏ ਗੁਰ ਵਿਚਾਰ। ਬਾਣੀ ਕੇਵਲ ਇੱਕ ਦਰਿਆ ਤੋਂ ਪਾਰ ਉਤਾਰਾ ਨਹੀਂ ਕਰਾਂਦੀ, ਭਵ ਸਾਗਰ ਤੋਂ ਪਾਰ ਉਤਾਰਾ ਕਰਾ ਦਿੰਦੀ ਏ। ਬਾਣੀ ਦਾ ਇੱਕ ਬੜਾ ਪਿਆਰਾ ਸੁਭਾਅ, ਬੇੜੀ ਤੇ ਬਾਣੀ। ਬਾਣੀ ਪੜਨ ਵਾਲਿਓ, ਤੁਹਾਡੇ ਚਰਨਾਂ ਤੇ ਦਾਸ ਗਰੀਬ ਦੀ ਸਦ ਨਮਸਕਾਰ ਏ। ਇਹ ਬਾਣੀ ਮਹਾਪੁਰਖ ਕੀ, ਇਹ ਬਾਣੀ ਪੂਰੇ ਸਤਿਗੁਰੂ ਦੀ। ਇਹ ਉਹ ਜਹਾਜ਼ ਏ ਜਿਸ ਨੇ ਪਤਾ ਨਹੀਂ ਅੱਜ ਤੱਕ ਕਿੰਨੇ ਤਾਰ ਦਿੱਤੇ ਨੇ, ਗਿਣਤੀ ਵਿੱਚ ਨਹੀਂ। ਕਿਸੇ ਸਿਆਣੇ ਦਾ ਬਚਨ ਹੈ, ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਹੈ। ਹੋ ਸਕਦਾ ਕਦੇ ਸਾਇੰਸ ਇਹ ਤਰੱਕੀ ਕਰ ਲਵੇ, ਇਸ ਅਸਮਾਨ ਦੇ ਉੱਤੇ ਕਿੰਨੇ ਤਾਰੇ ਨੇ, ਭਾਵੇਂ ਪੋਸੀਬਲ ਨਹੀਂ, ਪਰ ਆਉਣ ਵਾਲੇ ਸਮਿਆਂ 'ਚ ਕਦੇ ਵਿਗਿਆਨ ਇੰਨੀ ਤਰੱਕੀ ਕਰ ਲਵੇ ਆਸਮਾਨ ਦੇ ਸਾਰੇ ਤਾਰਿਆਂ ਨੂੰ ਗਿਣਾ ਜਾ ਸਕਦਾ ਹੋਵੇ, ਪਰ ਗੁਰੂ ਨਾਨਕ ਨੇ ਕਿੰਨੇ ਕਿੰਨੇ ਤਾਰ ਦਿੱਤੇ ਨੇ, ਇਹ ਕਦੇ ਵੀ ਨਹੀਂ ਗਿਣੇ ਜਾ ਸਕਣਗੇ। ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਹੈ। ਇਹ ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹੋ ਆਧਾਰ। ਰਹਾਉ ਦੀ ਪੰਕਤੀ ਸੈਂਟਰਲ ਆਈਡੀਆ ਇਸ ਸ਼ਬਦ ਦਾ। ਗੁਰਦੇਵ ਪਾਤਸ਼ਾਹ ਬਚਨ ਕਰਦੇ ਨੇ, ਉਸ ਪਰਿਪੂਰਨ ਪਰਮਾਤਮਾ ਦਾ ਨਾਮ ਹੀ ਭਗਤ ਜਨਾਂ ਦਾ ਆਧਾਰ ਹੈ। ਤੁਝ ਤੇ ਬਾਹਰ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਕੇਵਲ ਇੱਕ ਦਾ ਆਸਰਾ, ਕੇਵਲ ਇੱਕ ਦਾ ਭਰੋਸਾ, ਕੇਵਲ ਇੱਕ ਨੂੰ ਆਧਾਰ ਬਣਾਉਣਾ, ਕੇਵਲ ਇੱਕ ਦੀ ਟੇਕ ਲੈਣਾ। ਜਿਵੇਂ ਇੱਕ ਬੇੜੀ ਤੇ ਪੈਰ ਧਰਨ ਵਾਲਾ ਇੱਕ ਕੰਢੇ ਤੋਂ ਦਰਿਆ ਦੇ ਦੂਜੇ ਕੰਢੇ ਤੇ ਪਹੁੰਚ ਜਾਂਦਾ ਹੈ, ਜੇ ਕੋਈ ਇੱਕ ਸਮੇਂ ਤੇ ਬਹੁਤ ਬੇੜੀਆਂ ਤੇ ਪੈਰ ਰੱਖਣ ਦਾ ਯਤਨ ਕਰਦਾ, ਉਹ ਹਮੇਸ਼ਾ ਡੁੱਬ ਜਾਇਆ ਕਰਦਾ, ਕਦੇ ਮੰਜ਼ਿਲ ਤੇ ਨਹੀਂ ਪਹੁੰਚਦਾ। ਜਿਹੜੇ ਕੇਵਲ ਇੱਕ ਬਾਣੀ ਤੇ ਭਰੋਸਾ ਰੱਖਦੇ ਨੇ, ਉਹ ਵੀ ਭਵ ਸਾਗਰ ਤੋਂ ਪਾਰ ਹੋ ਸਕਦੇ ਨੇ, ਪਰ ਜਿਹੜੇ ਬਹੁਤੇ ਬਾਬਿਆਂ ਤੇ ਭਰੋਸੇ ਰੱਖਦੇ ਨੇ, ਡੁੱਬ ਉਹਨਾਂ ਨੇ ਵੀ ਜਾਣਾ, ਭਲਾ ਉਹਨਾਂ ਦਾ ਵੀ ਨਹੀਂ ਹੋਣਾ। ਸੋ ਤੇਰਾ ਏਕ ਨਾਮ ਤਾਰੇ ਸੰਸਾਰ, ਤੇਰਾ ਹੈ ਪ੍ਰਭੂ ਇੱਕ ਨਾਮ ਹੀ ਹੈ ਜੋ ਇਸ ਭਵ ਸਾਗਰ ਤੋਂ ਪਾਰ ਕਰ ਸਕਦਾ ਹੈ। ਇਸ ਨਾਮ ਨੂੰ ਆਧਾਰ ਬਣਾ ਕੇ, ਨਾਮ ਦੀ ਟੇਕ ਲੈ ਕੇ ਭਗਤ ਜਨਾਂ ਨੂੰ ਤੂੰ ਸਦਾ ਇਸ ਭਵ ਸਾਗਰ ਤੋਂ ਤਾਰਦਾ ਰਹੇ ਹੋ। ਇਹ ਨਹੀਂ ਕਿ ਕੇਵਲ ਪਹਿਲੋਂ ਤਾਰਦਾ ਸੀ ਜਾਂ ਹੁਣ ਤਾਰਦਾ। ਬਾਬਾ ਜੀ ਕਹਿੰਦੇ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਬਾਬੇ ਦਾ ਸੁਭਾਅ ਐਸਾ ਸੁਭਾਅ ਏ, ਜੁਗਾਂ ਜੁਗਾਂ ਤੋਂ ਆਪਣੇ ਭਗਤਾਂ ਦੀ ਪੈਜ ਰੱਖਦਾ। ਮੁਖ ਨਿੰਦਾ ਆਖਾਂ ਦਿਨ ਰਾਤ, ਪਰ ਘਰ ਜੋਹੀ ਨੀਚ ਸਨਾਤ। ਮਨੁੱਖ ਦਾ ਇਹ ਸੁਭਾਅ ਨਿਤ ਦੁਨੀਆ ਦੀ ਨਿੰਦਾ ਵਿੱਚ ਪਿਆ ਹੋਇਆ ਹੈ। ਨਿਤਾ ਪ੍ਰਤੀ ਕਦੇ ਕਿਸੇ ਦੀ ਨਿੰਦਾ, ਕਦੇ ਕਿਸੇ ਦੀ ਨਿੰਦਾ। ਆਪਣੇ ਆਪ ਨੂੰ ਗੁਰਸਿੱਖ ਆਖਣ ਦਾ ਦਾਵਾ ਕਰਨ ਵਾਲਿਓ, ਬਾਬਾ ਜੀ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ। ਉਹ ਮਨ ਮੁਖ ਤਾਂ ਹੋ ਸਕਦੇ ਨੇ, ਗੁਰਸਿੱਖ ਨਹੀਂ ਹੋ ਸਕਦੇ। ਜਿਹੜੇ ਕੇਵਲ ਨਿੰਦਿਆ ਵਿੱਚ ਖਚਤ ਹੋਏ ਨੇ, ਕੇਵਲ ਦਿਨ ਰਾਤ ਕਿਸੇ ਦੀ ਨਿੰਦਿਆ, ਬਖੀਲੀ ਜਾਂ ਚੁਗਲੀ ਦੇ ਵਿੱਚ ਖਚਤ ਹੋਏ ਨੇ, ਗੁਰਦੇਵ ਦੇ ਘਰੋਂ ਉਹ ਕਦੇ ਖੁਸ਼ੀਆਂ ਦੇ ਪਾਤਰ ਨਹੀਂ ਬਣ ਸਕਦੇ। ਇੱਕ ਬੇਨਤੀ ਕਰਾਂ, ਧਰਮ ਦੇ ਖੇਤਰ ਦੇ ਵਿੱਚ ਕਾਮੀ ਬਖਸ਼ੇ ਗਏ, ਕ੍ਰੋਧੀ ਬਖਸ਼ੇ ਗਏ, ਲੋਭ ਤੇ ਮੋਹ ਦੇ ਵਿੱਚ ਖਚਤ ਹੋਏ ਜੀਵ ਬਖਸ਼ੇ ਗਏ। ਜੇ ਨਹੀਂ ਬਖਸ਼ੇ ਗਏ ਤੇ ਹੰਕਾਰੀ ਤੇ ਨਿੰਦਕ ਨਹੀਂ ਬਖਸ਼ੇ ਗਏ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਵਾਹਿਗੁਰੂ ਦੀ ਪਿੱਠ ਹੁੰਦੀ ਏ ਹੰਕਾਰੀਆਂ ਤੇ ਨਿੰਦਕਾਂ ਵੱਲ। ਮੇਰੇ ਸਤਿਗੁਰੂ ਬਚਨ ਕਰਦੇ ਨੇ, ਮੁਖ ਨਿੰਦਾ ਆਖਾਂ ਦਿਨ ਰਾਤ, ਪਰ ਕਰ ਜੋ ਹੀ ਨੀਚ ਸਨਾਤ। ਇਸ ਨੀਚ ਜੀਵ ਦੀ ਹਾਲਤ ਇਹ ਹੋ ਗਈ ਏ, ਪਰਾਏ ਧਨ ਵੱਲ, ਪਰਾਏ ਮਾਲ ਵੱਲ, ਪਰਾਏ ਰੂਪ ਵੱਲ
ਬਾਰ-ਬਾਰ ਗਲਤ ਨਜ਼ਰ ਪਾਉਂਦਾ, ਬਾਰ-ਬਾਰ ਤੱਕਣਾ ਕਰਦਾ, ਬਾਰ-ਬਾਰ ਕਿਸੇ ਢੰਗ ਦੇ ਨਾਲ ਪਰਾਇਆ ਧਨ ਮੇਰਾ ਹੋ ਜਾਵੇ, ਪਰਾਇਆ ਮਾਲ, ਪਰਾਇਆ ਰੂਪ ਮੇਰਾ ਹੋ ਜਾਵੇ। ਕੇਵਲ ਇਸ ਲਾਲਚ ਵਸ ਹੋਇਆ ਆਪਣੇ ਜੀਵਨ ਦੀਆਂ ਇਹ ਘੜੀਆਂ ਅਜਾਈਂ ਗਵਾ ਰਿਹਾ ਹੈ। ਸਤਿਗੁਰੂ ਬਚਨ ਕਰਦੇ ਨੇ, ਵੇਖਣ ਦੇ ਵਿੱਚ ਭਾਵੇਂ ਬੰਦਾ ਬੜਾ ਚੰਗਾ ਭਲਾ ਜਪਦਾ, ਬੜੀ ਉੱਚੀ ਸੁਰਤ ਵਾਲਾ ਜਪਦਾ, ਪਰ ਹੁਣ ਅੰਦਰ ਵੜ ਕੇ ਕਿਹਨੇ ਵੇਖਿਆ? ਸਤਿਗੁਰੂ ਬਚਨ ਕਰਦੇ ਨੇ, ਸਾਡੀ ਹਾਲਤ ਕੀ ਹੋ ਗਈ? ਇਹ ਵੀ ਪਹਿਲੇ ਪਾਤਸ਼ਾਹ ਦਾ ਬਚਨ ਹੈ, ਧੰਨ ਗੁਰੂ ਨਾਨਕ ਦੇਵ ਜੀ ਦਾ। ਗੱਲੀ 80 ਚੰਗੀਆਂ, ਆਚਾਰੀ ਬੁਰੀਆਂ। ਇਹਨਾਂ ਪੰਕਤੀਆਂ ਦੇ ਅਰਥ ਨਹੀਂ, ਤੁਸੀਂ ਸਾਰੇ ਸਿਆਣੇ ਹੋ। ਗੱਲਾਂ ਨਾਲ ਤੇ ਅਸੀਂ ਬੜੇ ਮਿੱਠੜੇ ਬੋਲ ਬੋਲਦੇ ਹਾਂ, ਸਟੇਜਾਂ ਤੇ ਬਹਿ ਕੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ, ਪਰ ਕਿਸੇ ਨੂੰ ਕੀ ਪਤਾ ਅੰਦਰੋਂ ਕੀ ਹੈ। ਗੱਲੀ 80 ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕਸੁੱਦਾ ਕਾਲੀਆਂ, ਬਾਹਰ ਚਟਵੀਆਂ। ਮੈਂ ਇੱਕ ਬੇਨਤੀ ਕਰਾਂ, ਸਿਆਣਿਆਂ ਨੇ ਕਿਹਾ ਸੰਸਾਰ ਦੇ ਵਿੱਚ ਲਗਭਗ 2800 ਕਿਸਮ ਦਾ ਸੱਪ ਹੈ। ਜਿਹੜੀ ਸੱਪ ਦੀਆਂ ਵੱਖ-ਵੱਖ ਪ੍ਰਜਾਤੀਆਂ ਨੇ ਉਹ 2800 ਨੇ ਲਗਭਗ, ਸਿਆਣਿਆਂ ਦੇ ਕਥਨ ਅਨੁਸਾਰ। ਤੇ ਸੰਸਾਰ ਦਾ ਜਿਹੜਾ ਸਭ ਤੋਂ ਜ਼ਹਿਰੀਲਾ ਸੱਪ ਹੈ ਨਾ, ਉਹ ਹਿੰਦੁਸਤਾਨ ਵਿੱਚ ਨਹੀਂ ਜੇ, ਅਫਰੀਕਾ ਦੇ ਜੰਗਲਾਂ ਵਿੱਚ ਮਿਲਦਾ ਹੈ। ਸੱਪ ਵੇਖਣ ਦੇ ਵਿੱਚ ਵਾਈਟਿਸ਼ ਹੁੰਦਾ, ਚਿੱਟਾ ਜਿਹਾ ਹੁੰਦਾ, ਹਲਕਾ ਜਿਹਾ ਗ੍ਰੇ ਕਲਰ, ਤੇ ਜਦੋਂ ਉਹ ਮੂੰਹ ਖੋਲਦਾ ਨਾ, ਉਹ ਸੱਪ ਦੇ ਅੰਦਰਲੇ ਪਾਸੇ ਤਾਲੂ ਦੇ ਵਿੱਚ ਉੱਪਰ ਤੇ ਥੱਲੇ ਕਾਲਾ ਸ਼ਾਹ ਰੰਗ ਹੁੰਦਾ, ਬਾਹਰੋਂ ਚਿੱਟਾ ਤੇ ਅੰਦਰੋਂ ਕਾਲਾ। ਉਹ ਸੱਪ ਸੰਸਾਰ ਦਾ ਸਭ ਤੋਂ ਜ਼ਹਿਰੀਲਾ ਸੱਪ ਜੇ। ਉਸ ਸੱਪ ਦਾ ਨਾਂ ਮਾਂਬਾ ਸਨੇਕ। ਤੇ ਮੈਂ ਕਈ ਵਾਰਾਂ ਜਦੋਂ ਮਨੁੱਖਤਾ ਵੱਲ ਵੇਖਦਾ ਨਾ, ਬਾਹਰੋਂ ਚਿਟਵੀਏ ਨੇ, ਬੜੇ ਸੁੰਦਰ ਸੁੰਦਰ ਚਿੱਟੇ ਵਸਤਰ ਪਾਏ ਨੇ, ਪਰ ਅੰਦਰ ਕਾਲੀ ਜ਼ਹਿਰ ਭਰੀ ਹੋਈ ਹੈ, ਕਾਲਾ ਸ਼ਾਹ। ਬਾਬਾ ਜੀ ਕਹਿੰਦੇ ਨਾ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੁਆ ਸ਼ਿਆ। ਤੇ ਮਨੁੱਖ ਦਾ ਸੁਭਾਅ ਵੀ ਬਿਲਕੁਲ ਇਸੇ ਤਰ੍ਹਾਂ ਨੇ। ਗੱਲੀ 80 ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੁੱਦਾ ਕਾਲੀਆਂ, ਬਾਹਰ ਚਿਟਵੀਆਂ। ਮੈਂ ਤਾਂ ਕਹਿਣਾ, ਜੇ ਕਿਤੇ ਮਾਂਬਾ ਸੱਪ ਬਦਕਿਸਮਤੀ ਨਾਲ ਕਿਸੇ ਨੂੰ ਲੜ ਜਾਵੇ ਨਾ, ਇੱਕ ਸਮੇਂ ਤੇ ਇੱਕ ਬੰਦੇ ਦੀ ਮੌਤ ਨਿਸ਼ਚਿਤ ਹੈ, ਕਿਉਂਕਿ ਉਸ ਸੱਪ ਦੇ ਜ਼ਹਿਰ ਦਾ ਇਲਾਜ ਨਹੀਂ। ਕੋਈ ਭਿਆਨਕ ਤੋਂ ਭਿਆਨਕ ਸੱਪ ਵੀ ਕਿਸੇ ਨੂੰ ਲੜ ਜਾਏ, ਇੱਕ ਸਮੇਂ ਤੇ ਕੇਵਲ ਇੱਕ ਬੰਦਾ ਹੀ ਮਰੇਗਾ ਨਾ, ਪਰ ਮਨੁੱਖ ਰੂਪੀ ਸੱਪ ਦਾ ਜ਼ਹਿਰ ਸਮਾਜ ਸਮਾਜ ਖਤਮ ਕਰ ਦਿੰਦਾ। ਸਮਾਜ ਦੇ ਅੰਤ ਦਾ ਕੰਮ ਕਾਰਨ ਮਨੁੱਖ ਬਣ ਗਿਆ। ਔਰੰਗਜ਼ੇਬ ਨੇ ਕੀ ਕੀਤਾ ਸੀ? ਧਰਮ ਦੇ ਨਾਂ ਤੇ ਕਤਲੋ ਗਾਰਤ। ਇਹ ਕੀ ਹੈ? ਇਹ ਸੱਪ ਦਾ ਕੰਮ ਨਹੀਂ? ਵਿਉ ਦਾ ਵਪਾਰ ਕਰਨਾ ਜ਼ਹਿਰ ਦੇ ਨਾਲ ਸਮਾਜ ਖਤਮ ਕਰ ਦਿੱਤੇ, ਕਿਉਂਕਿ ਸੋਚ ਜ਼ਹਿਰੀਲੀ ਹੋ ਗਈ। ਆ ਸਾਡੇ ਭਰਾ ਦੁਕਾਨਾਂ, ਹੱਟੀਆਂ, ਆਫਿਸ ਜਦੋਂ ਬੰਦ ਕਰਦੇ ਨੇ, ਤਾਲੇ ਮਾਰ ਕੇ ਆਉਂਦੇ ਨੇ, ਇੱਕ ਇੱਕ ਸ਼ਟਰ ਤੇ 4-4 ਤਾਲੇ ਮਾਰਦੇ ਆ, ਇਲੈਕਟ੍ਰੋਨਿਕ ਲੌਕ ਲਗਾਉਂਦੇ ਆ, 10-10 ਵਾਰੀ ਚੈੱਕ ਕਰਨੇ ਆ। ਮੈਨੂੰ ਦੱਸੋ, ਇਹ ਤਾਲੇ ਕਾਹਦੇ ਵਾਸਤੇ ਮਾਰਨੇ ਆ? ਰਾਤੀ ਗਾਵਾਂ ਨੇ ਆ ਕੇ ਤਾਲੇ ਤੋੜ ਦੇਣੇ ਆ, ਤੁਹਾਡਾ ਸਮਾਨ ਲੁੱਟਣ ਲੈਣਾ, ਜਾਂ ਕੁੱਤਿਆਂ ਨੇ ਤਾਲੇ ਤੋੜਨੇ ਆ, ਜਾਂ ਖੋਤਿਆਂ ਨੇ ਤਾਲੇ ਤੋੜਨੇ ਆ, ਗਾਵਾਂ ਮੱਝਾਂ ਨੇ ਤਾਲੇ ਤੋੜਨੇ ਆ। ਅਸਲ ਦੇ ਵਿੱਚ ਮਨੁੱਖ ਨੂੰ ਮਨੁੱਖ ਤੋਂ ਹੀ ਸਭ ਤੋਂ ਜ਼ਿਆਦਾ ਭੈ। ਮਨੁੱਖ ਤੋਂ ਡਰਦਾ ਹੋਇਆ ਮਨੁੱਖ ਤਾਲੇ ਮਾਰਦਾ। ਇੱਥੇ ਤੱਕ ਅੱਜ ਮਨੁੱਖ ਨੇ ਗੁਰਦੁਆਰੇ ਦੀਆਂ ਗੋਲਕਾਂ ਵੀ ਨਹੀਂ ਛੱਡੀਆਂ। ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੁੱਦਾ ਕਾਲੀਆਂ, ਬਾਹਰ ਚਿਟਵੀਆਂ। ਰੀਸਾਂ ਕਰੇ ਤਿਨਾਣੀਆਂ, ਜੋ ਸੇਵੈਂ ਦਰ ਖੜੀਆਂ। ਨਾਲ ਖਸਮੇ ਰਤੀਆਂ, ਮਾਣੇ ਸੁਖ ਰਲੀਆਂ। ਅਰਦਾਸ ਕਰੋ ਬਾਬਾ ਜੀ, ਕਿਤੇ ਉਹਨਾਂ ਸੁਹਾਗਣਾਂ ਦੀ ਸੰਗਤ ਸਾਨੂੰ ਵੀ ਮਿਲ ਜਾਵੇ, ਜੋ ਪ੍ਰਭੂ ਦੇ ਦਰ ਤੇ ਹਰ ਵੇਲੇ ਹਾਜ਼ਰ ਨਾਜ਼ਰ ਹੋ ਕੇ ਜੀਵਨ ਜਿਉਂਦੀਆਂ ਨੇ। ਕਾਮ ਕ੍ਰੋਧ ਤਨ ਵਸੈ ਚੰਡਾਲ, ਧਨ ਕਰੂਪ ਰਹਾ ਕਰਤਾਰ। ਇਹ ਤਨ
ਹਰ ਵੇਲੇ ਕਾਮ ਤੇ ਕ੍ਰੋਧ ਦੇ ਵਿੱਚ ਖੱਚਤ ਹੋਇਆ, ਲੋਭ ਮੋਹ ਤੇ ਅਹੰਕਾਰ ਦੇ ਵਿੱਚ ਖੱਚਤ ਹੋਇਆ, ਦਿਨ ਰਾਤ ਪਾਪ ਕਮਾਉਣ ਦੀਆਂ ਜੁਗਤੀਆਂ ਵਰਤਦਾ ਹੈ, ਦਿਨ ਰਾਤ ਪਾਪ ਕਮਾਉਣ ਦੇ ਨਵੇਂ-ਨਵੇਂ ਢੰਗ ਵਰਤਦਾ ਹੈ। ਸਤਿਗੁਰੂ ਨੇ ਐਸੇ ਜੀਵ ਦੀ ਦਸ਼ਾ ਬਿਆਨਦਿਆਂ ਇੱਥੇ ਇੱਕ ਪੰਕਤੀ ਵਰਤੀ, ਧਾਨਕ ਰੂਪ ਰਹਾ ਕਰਤਾਰ। ਇੱਥੇ ਧਾਨਕ ਰੂਪ ਰਹਾ ਤੋਂ ਬਾਅਦ ਅਰਧ ਵਿਸਰਾਮ, ਕਿਉਂਕਿ ਕਰਤਾਰ ਨੂੰ ਸੰਬੋਧਨ ਕਰਦਿਆਂ ਇਹ ਸੰਬੋਧਨ ਵਾਚਕ ਸ਼ਬਦ ਹੈ। ਸਤ ਸੰਗੀਓ, ਇਹ ਪੰਕਤੀ ਇਸ ਪਵਿੱਤਰ ਸ਼ਬਦ ਵਿੱਚ ਬਾਰ-ਬਾਰ ਵਰਤੀ ਗਈ ਹੈ। ਧਾਨਕ ਦਾ ਇੱਕ ਅਰਥ ਜੋ ਗੁਰਬਾਣੀ ਦੇ ਵਿੱਚ ਦਰਸਾਇਆ ਗਿਆ ਹੈ ਉਹ ਹੈ ਚੰਡਾਲ, ਮੁਰਦਿਆਂ ਨੂੰ ਸਾੜਨ ਵਾਲਾ। ਪੈਸੇ ਲੈ ਕੇ ਮੁਰਦਿਆਂ ਦੇ ਅਗਨ ਭੇਟ ਕਰਨ ਦੀ ਕਿਰਿਆ ਕਰਨ ਵਾਲਾ, ਜਿਸ ਦੀ ਰੋਜ਼ੀ ਰੁਜ਼ਗਾਰ ਕਿਸੇ ਮਨੁੱਖ ਦੀ ਮੌਤ ਨਾਲ ਜੁੜੀ ਹੋਈ ਹੈ। ਕਿਤੇ ਸਮਾਜ ਦੇ ਵਿੱਚ ਕੋਈ ਜੀਵ ਚੜ੍ਹਾਈ ਕਰ ਜਾਵੇ ਤੇ ਕਈ ਵਾਰ ਮਨ ਦੁਖੀ ਹੁੰਦਾ ਹੈ, ਬੰਦਾ ਬੜਾ ਚੰਗਾ ਸੀ, ਇਸ ਦੁਨੀਆ ਚੋਂ ਚਲਾ ਗਿਆ। ਸਮਾਜ ਨੂੰ ਕਈ ਪ੍ਰਕਾਰ ਦਾ ਦੁੱਖ ਪਹੁੰਚਦਾ, ਜਿੰਨੀ ਕਿਸੇ ਦੀ ਨੇੜਤਾ ਹੋਵੇ ਉਨਾ ਉਹ ਮਨੁੱਖ ਦੁਖੀ ਹੁੰਦਾ। ਪਰ ਇੱਕ ਚੰਡਾਲ ਦਾ ਕੰਮ ਐਸਾ ਜੇ ਜੋ ਕਿਸੇ ਦੀ ਮੌਤ ਤੇ ਖੁਸ਼ ਹੁੰਦਾ। ਕਿਸੇ ਦੀ ਮੌਤ ਦੀ ਖਬਰ ਆ ਜਾਵੇ ਨਾ, ਬਈ ਕਿਸੇ ਪ੍ਰਾਣੀ ਦਾ ਸੰਸਕਾਰ ਇੱਥੇ ਪਹੁੰਚ ਰਿਹਾ, ਦੋ ਤਰ੍ਹਾਂ ਦੇ ਬੰਦੇ ਹੁੰਦੇ ਜੇ, ਇੱਕ ਸੰਸਕਾਰ ਵਾਲੇ ਤੇ ਇੱਕ ਸੰਸਕਾਰ ਵਾਲੇ। ਜਦੋਂ ਕਿਸੇ ਪ੍ਰਾਣੀ ਦੇ ਸੰਸਕਾਰ ਦੀ ਮੱਜਲ ਦੀ ਖਬਰ ਪਹੁੰਚੇ ਤੇ ਧਾਨਕ ਚੰਡਾਲ ਅੰਦਰੋਂ ਪ੍ਰਸੰਨ, ਖੁਸ਼, ਲਹਿਰ ਦੌੜ ਜਾਂਦੀ ਖੁਸ਼ੀ ਦੀ। ਅੱਜ ਮੇਰੇ ਹੱਥ 'ਚ ਮਾਇਆ ਆਉਣੀ ਏ, ਘਰ ਦੇ ਵਿੱਚ ਆਹ ਪਦਾਰਥ ਲੈ ਕੇ ਜਾਣਾ ਹੈ, ਬੱਚਿਆਂ ਦੇ ਖਿਡੌਣੇ ਵੀ ਲੈ ਕੇ ਜਾਣੇ ਨੇ, ਮਠਾਈਆਂ ਵੀ ਲੈ ਕੇ ਜਾਣੀਆਂ ਨੇ, ਫਰੂਟ ਵੀ ਲੈ ਕੇ ਜਾਣਾ ਹੈ। ਅੱਜ ਮਾਇਆ ਆਉਣ ਦੀ ਉਮੀਦ ਹੋ ਗਈ ਹੈ। ਵੇਖਣਾ ਕੈਸੀ ਕਿਰਤ ਏ, ਕਿਸੇ ਦੀ ਮੌਤ ਦੇ ਨਾਲ ਚੰਡਾਲ ਦੀ ਖੁਸ਼ੀ ਜੁੜੀ ਹੋਈ ਹੈ। ਐਸਾ ਬਦਕਿਸਮਤ ਏ। ਦੁਨੀਆ ਦੇ ਰੋਣ ਦੇ ਵਿੱਚੋਂ ਚੰਡਾਲ ਹਾਸੇ ਲੱਭਦਾ। ਪਰ ਪਿਆਰਿਓ, ਇੱਥੇ ਜੋ ਅਰਥ ਨੇ ਨਾ, ਉਹ ਚੰਡਾਲ ਦੇ ਅਰਥ ਨਹੀਂ। ਇੱਥੇ ਅਰਥ ਨੇ ਸ਼ਿਕਾਰੀ। ਧਾਨਕ ਦੇ ਕਈ ਅਰਥ ਨੇ, ਇੱਥੇ ਜੋ ਗੁਰੂ ਸਾਹਿਬ ਨੇ ਅਰਥ ਵਰਤੇ ਨੇ ਨਾ, ਸ਼ਿਕਾਰੀ। ਇਹ ਕਿਤੇ ਸ਼ਿਕਾਰ ਕਰਨ ਵਾਲਾ, ਕਈ ਵਾਰੀ ਵੇਖਿਆ ਹੱਥ ਵਿੱਚ ਬੰਦੂਕ ਫੜੀ ਹੈ ਜਾਂ ਪੁਰਾਣੇ ਸ਼ਸਤਰ, ਤੀਰ ਕਮਾਨ, ਜਿਸ ਦੇ ਨਾਲ ਵੀ ਸ਼ਿਕਾਰ ਕਰਨਾ। ਇਹ ਉਹ ਸ਼ਿਕਾਰੀ ਵੀ ਨਹੀਂ। ਇਹ ਕਿਹੜੇ ਸ਼ਿਕਾਰੀ ਦੀ ਗੱਲ ਕੀਤੀ ਹੈ? ਜਿਹੜਾ ਘਣੇ ਜੰਗਲ ਦੇ ਵਿੱਚ ਸ਼ਿਕਾਰ ਕਰਨ ਤੋਂ ਪਹਿਲਾਂ ਆਪਣੇ ਪਿੰਡੇ ਤੇ ਗਿੱਲੀ ਮਿੱਟੀ ਮਲ ਕੇ ਤੇ ਚਿਹਰੇ ਨੂੰ ਕਾਲਾ ਕਰ ਲੈਂਦਾ ਹੈ ਤੇ ਕਈ ਪ੍ਰਕਾਰ ਦੇ ਪੱਤੇ ਆਪਣੇ ਪਿੰਡੇ ਤੇ ਬੰਨ੍ਹ ਕੇ, ਆਪਣੇ ਕੇਸਾਂ ਵਿੱਚ ਬੰਨ੍ਹ ਕੇ, ਇੱਕ ਧੋਖਾ ਦੇਣ ਵਾਲਾ ਕੰਮ, ਵੀ ਕਿਸੇ ਜਾਨਵਰ ਨੂੰ ਐਵੇਂ ਜਾਪੇ ਜਿਵੇਂ ਇਹ ਕੋਈ ਬੁਸ਼ ਹੈ, ਝਾੜੀ ਹੈ, ਇਹ ਨਾ ਜਾਪੇ ਕੋਈ ਸ਼ਿਕਾਰੀ ਸ਼ਿਕਾਰ ਕਰਨ ਲਈ ਖਲੋਤਾ ਹੈ। ਇੱਕ ਡੁਪਲੀਕੇਟ ਜਿਹਾ ਕੰਮ ਕਰਕੇ, ਇੱਕ ਭੁਲੇਖਾ ਜਿਹਾ ਪਾ ਕੇ ਸ਼ਿਕਾਰ ਕਰਨਾ, ਧੋਖੇ ਵਿੱਚ ਲੈ ਕੇ ਮਾਰਨਾ, ਕਿਸੇ ਨੂੰ ਧੋਖਾ ਦੇ ਕੇ ਮਾਰਨਾ। ਇਹ ਉਸ ਸ਼ਿਕਾਰੀ ਦੀ ਗੱਲ ਕੀਤੀ। ਧਾਨਕ ਰੂਪ ਰਹਾ ਕਰਤਾਰ। ਹੇ ਸਤਿਗੁਰੂ, ਮੇਰੇ ਅੰਦਰ ਤੋਂ ਕਦੇ ਖੋਟ ਨਹੀਂ ਗਿਆ। ਬਾਹਰੋਂ ਮੈਂ ਬੜਾ ਚੰਗਾ ਬਣਨਾ ਚਾਹੁੰਦਾ, ਪਰ ਅੰਦਰੋਂ ਤੋਂ ਮੈਂ ਉਸ ਸ਼ਿਕਾਰੀ ਦੀ ਨਿਆਈ ਆ ਜੋ ਧੋਖੇ ਦੇ ਨਾਲ ਕਿਸੇ ਅਣਜਾਣ ਜੀਵ ਨੂੰ ਮਾਰ ਘੱਤਦਾ, ਜੋ ਪਖੰਡ ਦਾ ਰੂਪ ਧਾਰ ਕੇ ਹੈ ਕੁਝ ਹੋਰ ਏ ਪਰ ਬਣਨਾ ਕੁਝ ਹੋਰ ਚਾਹੁੰਦਾ। ਵੇਖਣਾ ਅੱਜ ਇਸ ਸੰਸਾਰ ਦੇ ਵਿੱਚ ਐਸੇ ਧਾਨਕ ਸਾਨੂੰ ਘਰ ਘਰ ਦੇ ਵਿੱਚ ਮਿਲ ਪੈਣਗੇ।
ਅੱਜ ਪੰਜਾਬ ਦੇ ਵਿੱਚ ਐਸੇ ਧਾਨਕ ਸਾਨੂੰ ਬਹੁਤੇ ਡੇਰਿਆਂ ਵਿੱਚੋਂ ਮਿਲ ਪੈਣਗੇ। ਅੱਜ ਪੰਜਾਬ ਦੀ ਹਾਲਤ ਇਹ ਹੋ ਗਈ, ਇੱਕ ਇੱਟ ਪੁੱਟੋ ਤੇ ਹੇਠਾਂ 36 ਬ੍ਰਹਮ ਗਿਆਨੀ ਮਿਲ ਜਾਣਗੇ। ਇਹ ਉਹ ਧਾਨਕ ਨੇ, ਮਾਫੀ ਦੇਣਾ, ਉਹ ਧਾਨਕ ਨੇ ਜਿਹੜੇ ਸੰਤ ਦਾ ਰੂਪ ਧਾਰ ਕੇ ਸਾਡਾ ਸ਼ਿਕਾਰ ਕਰਨ ਲਈ ਤਿਆਰ ਬੈਠੇ ਨੇ। ਸਾਰੇ ਮਾੜੇ ਨਹੀਂ, 2-3%, 4% ਉਹ ਬਖਸ਼ੇ ਹੋਏ ਗੁਰੂ ਕੇ ਲਾਲ, ਜਿਨ੍ਹਾਂ ਨੇ ਸਾਰੀ ਜੀਵਨ ਨਾਮ ਕਮਾਇਆ, ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਦਾਸ ਵੀ ਉਹਨਾਂ ਦੇ ਚਰਨਾਂ ਤੇ ਸ਼ਰਧਾ ਨਾਲ ਨਮਸਕਾਰ ਕਰਦਾ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਇੱਥੇ ਉਹਨਾਂ ਦੀ ਗੱਲ ਨਹੀਂ, ਇੱਥੇ ਗੱਲ ਹੋ ਰਹੀ ਹੈ ਠੱਗਾਂ ਦੀ, ਚੋਰਾਂ ਦੀ, ਲੁੱਟਾਂ ਖੋਹਾਂ ਕਰਨ ਵਾਲਿਆਂ ਦੀ, ਮੂੰਹ ਵਿੱਚੋਂ ਰਾਮ ਤੇ ਬਗਲ ਵਿੱਚ ਛੁਰੀ ਰੱਖਣ ਵਾਲੇ ਬਗਲਿਆਂ ਦੀ। ਇੱਥੇ ਗੱਲ ਹੋ ਰਹੀ ਹੈ ਉਹਨਾਂ ਧਾਨਕਾਂ ਦੀ। ਫਾਹੀ ਸੁਰਤ ਮਲੂਕੀ ਵੇਸ, ਹਉ ਠਗਵਾੜਾ ਠੱਗੀ ਦੇਸ। ਵੇਸ ਤਾਂ ਮੈਂ ਬੜਾ ਮਲੂਕ ਵਾਲਾ ਧਾਰਿਆ, ਬੜਾ ਗਿਆਨੀ ਹੋਣ ਦਾ ਦਾਵਾ ਕੀਤਾ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼। ਬੜਾ ਦਰਵੇਸ਼ ਬਣਿਆ ਫਿਰਦਾ, 4 ਚੇਲੇ ਵੀ ਨਾਲ ਲਾ ਲਏ ਨੇ, ਪਰ ਅੰਦਰੋਂ ਮੇਰੀ ਸੁਰਤ ਕਿਸੇ ਰਾਹ ਜਾਂਦੇ ਨੂੰ ਫਾਹ ਲਾ ਕੇ ਟੰਗਣ ਦੀ ਏ, ਕਿਸੇ ਨੂੰ ਲੁੱਟਣ ਦੀ ਸੁਰਤ ਏ। ਕਿਸੇ ਢੰਗ ਨਾਲ ਮੈਂ ਇਸ ਦੇ ਧਨ ਮਾਲ ਤੇ ਕਾਬਜ ਹੋ ਜਾਵਾਂ, ਇਸ ਦੇ ਕੋਲ ਜੋ ਕੁਝ ਵੀ ਧਨ ਮਾਲ ਕੀਮਤੀ ਪਦਾਰਥ ਨੇ, ਕਿਸ ਢੰਗ ਨਾਲ ਉਹ ਮੇਰੇ ਜੇਬ ਵਿੱਚ ਆ ਜਾਣ। ਸੁਰਤ ਤਾਂ ਅਜੇ ਮੇਰੀ ਉਹੀ ਬਣੀ ਹੋਈ ਏ। ਖਰਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾ ਕਰਤਾਰ। ਮੈਂ ਧਾਨਕ ਬਣ ਕੇ, ਬਹਿਰੂਪੀਆ ਬਣ ਕੇ, ਪਖੰਡੀ ਬਣ ਕੇ, ਹੋਰ ਕਈ ਪ੍ਰਕਾਰ ਦਾ ਜੀਵਨ ਜੀਣ ਵਾਲਾ, ਦੁਨੀਆ ਨੂੰ ਮੇਰੀ ਕਿਰਤ ਕਰਕੇ ਕਦੇ ਲਾਭ ਨਾ ਹੋਵੇ, ਕੇਵਲ ਮੈਂ ਦੁਨੀਆ ਤੋਂ ਖੋਣਾ ਜਾਣਨਾ, ਤੇ ਮੈਂ ਬੜਾ ਖਰਾ ਵੀ ਅਖਵਾਣਾ ਚਾਹੁੰਨਾ। ਮੇਰੇ ਨਾਂ ਦੇ ਨਾਲ ਬ੍ਰਹਮ ਗਿਆਨੀ ਵੀ ਜੁੜੇ, ਮੇਰੇ ਨਾਂ ਦੇ ਨਾਲ ਸੰਤ ਬਾਬਾ 108 ਵੀ ਜੁੜੇ, ਪਰ ਸੁਰਤ ਮੇਰੀ ਦੂਜਿਆਂ ਕੋਲ ਖੋ ਕੇ ਤੇ ਦੂਜਿਆਂ ਦੇ ਕੋਲੋਂ ਲੁੱਟ ਕੇ ਖਾਣ ਦੀ ਬਣ ਗਈ ਏ। ਮੇਰੇ ਸਿਰ ਤੇ ਐਸਾ ਭਾਰ ਚੜ ਗਿਆ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਉ ਕਿਆ ਮੂੰਹ ਦੇਸਾ ਦੁਸ਼ਟ ਚੋਰ। ਹੇ ਰੱਬ ਜੀ, ਵਾਹਿਗੁਰੂ ਜੀ, ਪਰਮਾਤਮਾ ਜੀ, ਖੁਦਾ ਜੀ, ਬੀਠਲ ਜੀ, ਗੌਡ ਜੀ, ਭਗਵਾਨ ਜੀ, ਜਗਦੀਸ਼ ਜੀ, ਗੋਪਾਲ ਜੀ, ਮੈਂ ਤੁਹਾਡੀਆਂ ਕੀਤੀਆਂ ਨੂੰ ਕੀ ਜਾਣਾ। ਤੁਸਾਂ ਮੈਨੂੰ ਇੱਕ ਇੱਕ ਸਵਾਸ ਬੇਸ਼ਕੀਮਤੀ ਦਿੱਤਾ, ਤੁਸਾਂ ਮੈਨੂੰ ਇਹ ਸੁੰਦਰ ਜੀਵਨ ਦਿੱਤਾ, ਸੋਹਣਾ ਪਰਿਵਾਰ ਦਿੱਤਾ, ਸੋਹਣੀਆਂ ਧੀਆਂ ਪੁੱਤਰ ਦਿੱਤੇ, ਪਰ ਮੈਂ ਤੁਹਾਡੇ ਸ਼ੁਕਰਾਨੇ ਨਾ ਕਰ ਸਕਿਆ। ਮੈਂ ਹਰਾਮ ਖੋਰ ਵਾਲਾ ਜੀਵਨ, ਲੂਣ ਹਰਾਮੀ ਬਣ ਕੇ ਇਸ ਜੀਵਨ ਨੂੰ ਜਿਉਂਦਿਆਂ ਮੈਂ ਇਸ ਜੀਵਨ ਦੀ ਬਾਜੀ ਹਾਰ ਚੱਲਿਆ। ਸਤ ਸੰਗੀਓ, ਇੱਕ ਬੇਨਤੀ ਕਰਾਂ, ਆ ਲੂਣ ਹਰਾਮੀ ਲਫ਼ਜ਼ ਗੁਰਬਾਣੀ ਵਿੱਚ ਕਈ ਥਾਵਾਂ ਤੇ ਆਇਆ, ਤੇ ਕਲਗੀਧਰ ਪਾਤਸ਼ਾਹ ਦੇ ਬਚਨ ਪੜ੍ਹੀਏ ਨਾ, ਤੇ ਬਾਬਾ ਜੀ ਕਹਿੰਦੇ ਨੇ, ਜਾਂ ਕੋ ਲੋਨ ਖਈਏ ਤਾਂ ਕੋ ਛੋੜ ਕਬਹੂ ਨਾ ਜਈਏ, ਜਾਂ ਕੋ ਲੋਨ ਖਈਏ ਤਾਂ ਕੇ ਆਗੇ ਹੋਇ ਜੂਝੀਏ। ਜਿਹਦਾ ਲੂਣ ਖਾਈਏ, ਕਦੇ ਲੂਣ ਹਰਾਮੀ ਨਾ ਕਰੀਏ। ਪਰ ਇਹਦਾ ਮਤਲਬ ਇਹ ਨਹੀਂ ਜਿਹਦੀ ਖੰਡ ਖਾਈਏ ਉਹਦਾ ਸਭ ਕੁਝ ਲੁੱਟ ਕੇ ਲੈ ਆਈ। ਇਹਦਾ ਮਤਲਬ ਇਹ ਨਹੀਂ ਵੀ ਕੇਵਲ ਲੂਣ ਖਾ ਕੇ ਲੂਣ ਹਰਾਮੀ ਨਹੀਂ ਕਰਨੀ, ਖੰਡ ਖਾ ਕੇ, ਪ੍ਰਸ਼ਾਦਾ ਛਕ ਕੇ ਭਾਵੇਂ ਸਭ ਕੁਝ ਲੁੱਟ ਕੇ ਲੈ ਆਈਏ, ਨਹੀਂ। ਇਹਦੇ ਅਰਥ ਬਾ ਕਮਾਲ ਨੇ। ਆ ਰਸੋਈ ਦੇ ਵਿੱਚ ਮੇਰੀਆਂ ਭੈਣਾਂ ਜ਼ਿਆਦਾ ਜਾਣਦੀਆਂ ਨੇ, ਰਸੋਈ ਦੇ ਵਿੱਚ ਪਾਕ ਸਾਲ ਦੇ ਵਿੱਚ ਜਿਹੜੇ ਪਕਵਾਨ ਤਿਆਰ ਕੀਤੇ ਜਾਂਦੇ ਨੇ ਨਾ, ਤੇ ਉਹਦੇ ਲਈ ਵੱਖ-ਵੱਖ ਮਸਾਲਿਆਂ ਦੀ ਲੋੜ ਪੈਂਦੀ ਹੈ। ਤੇ ਜਿੰਨੇ ਵੀ ਮਸਾਲੇ ਪਾਕ ਸਾਲ ਦੇ ਵਿੱਚ ਕਿਚਨ ਦੇ ਵਿੱਚ ਵਰਤੇ ਜਾਂਦੇ ਨੇ, ਉਹਨਾਂ ਸਾਰਿਆਂ ਮਸਾਲਿਆਂ ਦੇ ਵਿੱਚੋਂ ਸਭ ਤੋਂ ਸਸਤੀ ਸ਼ੈ ਲੂਣ।
ਬਾਕੀ ਸਭ ਪਦਾਰਥ ਲੂਣ ਨਾਲੋਂ ਮਹਿੰਗੇ ਨੇ। ਇੱਥੇ ਸਾਨੂੰ ਇੱਕ ਐਗਜ਼ਾਮਪਲ ਦੇ ਕੇ ਲੂਣ ਦਾ ਸਮਝਾਇਆ ਗਿਆ ਕਿ ਇੱਕ ਛੋਟੇ ਤੋਂ ਛੋਟਾ ਪਦਾਰਥ ਵੀ ਕਿਸੇ ਦਾ ਪ੍ਰਾਪਤ ਕਰਕੇ ਤੇ ਲੂਣ ਹਰਾਮੀ, ਭਾਵ ਉਸ ਦੇ ਨਾਲ ਹਰਾਮਖੋਰ ਵਾਲਾ ਕੰਮ ਨਾ ਕਰੀ। ਨਿੱਕੀ ਤੋਂ ਨਿੱਕੀ ਸ਼ੈ ਦਾ ਵੀ ਲਾਲਚ ਨਾ ਕਰੀ। ਸਸਤੀ ਤੋਂ ਸਸਤੀ ਸ਼ੈ ਦੇ ਪਿੱਛੇ ਵੀ ਆਪਣਾ ਧਰਮ ਨਾ ਹਾਰੀ। ਇੱਥੇ ਅਰਥ ਹੈ ਲੂਣ ਹਰਾਮੀ, ਭਾਵ ਸਭ ਤੋਂ ਸਸਤੀ ਚੀਜ਼, ਕਿਸੇ ਨਿੱਕੀ ਤੋਂ ਨਿੱਕੀ ਚੀਜ਼ ਤੇ ਵੀ ਤੇਰਾ ਈਮਾਨ ਨਾ ਡੋਲ ਜਾਏ। ਇੱਥੇ ਅਰਥ ਇਹ ਸੀ ਕਿ ਲੂਣ ਖਾ ਕੇ ਹਰਾਮ ਨਹੀਂ ਕਰਨਾ। ਕਿਸੇ ਛੋਟੀ ਤੋਂ ਛੋਟੀ ਚੀਜ਼ ਦੇ ਵਿੱਚ ਵੀ ਮਨ ਡੋਲੇ ਨਾ, ਲੂਣ ਹਰਾਮੀ ਨਾ ਹੋਵੀਂ। ਪਰ ਅਸੀਂ ਇਹ ਸੋਚ ਲਿਆ ਵੀ ਲੂਣ ਖਾ ਕੇ ਹਰਾਮ ਨਹੀਂ ਕਰਨਾ, ਖੰਡ ਖਾ ਕੇ ਭਾਵੇਂ ਗਰਦਨ ਹੀ ਵੱਢ ਦਿਓ। ਪਿਆਰਿਓ, ਗੁਰਬਾਣੀ ਨੇ ਹਰ ਇੱਕ ਗੱਲ ਦੇ ਪਿੱਛੇ ਕੋਈ ਭੇਤ ਸਮਝਾਇਆ। ਸਿੱਖ ਨੇ ਕਦੇ ਕਿਸੇ ਦੇ ਨਾਲ ਧੋਖਾ ਨਹੀਂ ਕਰਨਾ, ਧੱਕਾ ਨਹੀਂ ਕਰਨਾ। ਗੁਰੂ ਦੀ ਕਿਰਪਾ ਦੇ ਨਾਲ ਜਿਸ ਕੰਮ ਦੇ ਲਈ ਰੱਬ ਵੱਲੋਂ ਡਿਊਟੀ ਲਾਈ ਗਈ ਹੋਵੇ ਨਾ, ਉਸ ਕੰਮ ਦੇ ਵਿੱਚ ਕਿਸੇ ਪ੍ਰਕਾਰ ਦੀ ਕੁਤਾਹੀ ਨਹੀਂ ਕਰਨੀ। ਆਪਣੀ ਡਿਊਟੀ ਵਿੱਚ ਕੁਤਾਹੀ ਕਰਨਾ ਵੀ ਲੂਣ ਹਰਾਮੀ ਹੈ। ਆਪਣੇ ਕੰਮ ਦੇ ਵਿੱਚ ਵੀ ਡੰਡੀ ਮਾਰਨਾ, ਜਿਵੇਂ ਘੱਟ ਤੋਲਣਾ, ਲੂਣ ਹਰਾਮੀ ਹੈ ਨਾ। ਆਪਣੇ ਡਿਊਟੀ ਨੂੰ ਇਮਾਨਦਾਰੀ ਦੇ ਨਾਲ ਪੂਰਾ ਨਾ ਕਰਨਾ ਵੀ ਲੂਣ ਹਰਾਮ ਵਾਲੀ ਗੱਲ ਏ। ਇੱਥੇ ਸਤਿਗੁਰੂ ਬਚਨ ਕਰਦੇ ਨੇ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮੁਝ ਹਰਾਮ ਖੋਰ ਨੇ ਤੇਰੀਆਂ ਬਖਸ਼ਿਸ਼ਾਂ ਦਾ ਕੋਈ ਮੁੱਲ ਨਾ ਪਾਇਆ। ਤੇਰੀਆਂ ਬਖਸ਼ਿਸ਼ਾਂ ਨੂੰ ਮਾਣਦਿਆਂ ਹੋਇਆਂ ਵੀ ਤੇਰੇ ਕਦੇ ਸ਼ੁਕਰਾਨੇ ਨਹੀਂ ਕੀਤੇ। ਅਕਿਰਤ ਘਣ ਦੀ ਨਿਆਈ ਜੀਵਨ ਨੂੰ ਜੀਵਿਆ, ਹਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਮੈਂ ਦਰਗਾਹ ਦੇ ਵਿੱਚ ਕਿਸ ਮੂੰਹ ਨਾਲ ਤੇਰੇ ਸਾਹਮਣੇ ਆਵਾਂ, ਮੈਂ ਇਸ ਦੁਨੀਆ ਵਿੱਚ ਕਿਸ ਪ੍ਰਕਾਰ ਆਪਣਾ ਮੂੰਹ ਵਿਖਾਵਾਂਗਾ। ਮੇਰਾ ਮੂੰਹ ਤੇ ਦਰਗਾਹ ਵਿੱਚ ਵੀ ਕਾਲਾ ਹੋਣਾ ਤੇ ਇੱਥੇ ਵੀ ਕਾਲਾ ਹੋਣਾ, ਕਿਉਂਕਿ ਬਾਣੀ ਦਾ ਬਚਨ ਹੈ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਜਿਹਦੇ ਜੀਵਨ ਵਿੱਚ ਚੋਰੀਆਂ, ਯਾਰੀਆਂ, ਠੱਗੀਆਂ, ਬੇਈਮਾਨੀਆਂ, ਝੂਠ, ਕਪਟ, ਕੇਵਲ ਇਹ ਕੁਝ ਭਰਿਆ ਨਾ, ਤੇ ਇੱਥੇ ਵੀ ਮੁਖ ਉਜਲਾ ਨਹੀਂ ਹੋਣਾ ਤੇ ਅਗਲੀ ਦਰਗਾਹ ਦੇ ਵਿੱਚ ਵੀ ਧੱਕੇ ਪੈਣੇ ਨੇ। ਜਿੱਥੇ ਉਹ ਜਾਏ ਤਿੱਥੇ ਉਹ ਝੂਠਾ, ਕੂੜ ਬੋਲੇ ਕਿਸੈ ਨਾ ਭਾਵੈ। ਨਾਨਕ ਨੀਚ ਕਹਿ ਵਿਚਾਰ, ਧਨ ਕਰੂਪ ਰਹਾ ਕਰਤਾਰ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦਰ ਐਸਾ ਉੱਚਾ ਤੇ ਸੁੱਚਾ ਦਰ ਏ। ਮੇਰੇ ਬਾਬੇ ਨਾਨਕ ਨੇ ਗਰੀਬੀ ਦੀ, ਨਿਮਰਤਾ ਦੀ ਇੱਕ ਹੱਦ ਮੁਕਾ ਦਿੱਤੀ। ਅਸੀਂ ਉਹ ਲਫ਼ਜ਼ ਗੁਰੂ ਦੇ ਲਈ ਕਿਵੇਂ ਵਰਤੀਏ ਜੋ ਗੁਰੂ ਨੇ ਆਪ ਆਪਣੇ ਲਈ ਵਰਤੇ ਹੋਣ। ਕਿਤੇ ਆਪਣੇ ਆਪ ਨੂੰ ਬੇਤਾਲਾ ਆਖਿਆ, ਕਿਤੇ ਭੂਤਨਾ ਆਖਿਆ, ਕਿਤੇ ਗਰੀਬ ਆਖਿਆ, ਕਿਤੇ ਹਰਾਮਖੋਰ ਆਖਿਆ, ਕਿਤੇ ਹੋਰ ਕੋਈ ਲਫ਼ਜ਼ ਆਖਿਆ। ਦੁਨੀਆ ਦੇ ਸਾਰੇ ਧਰਮ ਚੰਗੇ ਨੇ, ਸਾਰੇ ਪੀਰ ਪੈਗੰਬਰ ਔਲੀਏ ਚੰਗੇ ਨੇ, ਪਰ ਮੈਂ ਦਾਅਵੇ ਨਾਲ ਕਹਿ ਦਿਆਂ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਵਰਗੀ ਨਿਮਰਤਾ ਕਿਸੇ ਨਹੀਂ ਜੇ ਕਮਾਈ। ਇੱਥੇ ਮੇਰੇ ਬਾਬਾ ਜੀ ਆਪ ਪਹਿਲੇ ਜਾਮੇ ਦੇ ਵਿੱਚ ਇਹ ਸ਼ਬਦ ਉਚਾਰ ਰਹੇ ਨੇ ਤੇ ਆਪਣੇ ਲਈ ਜੋ ਲਫ਼ਜ਼ ਵਰਤਿਆ, ਕਿਉਂਕਿ ਕਥਾ ਕਰਦਿਆਂ ਬੋਲਣਾ ਪੈਂਦਾ, ਬਾਬੇ ਨਾਨਕ ਲਈ ਅਸੀਂ ਉਹ ਲਫ਼ਜ਼ ਨਹੀਂ ਵਰਤ ਸਕਦੇ। ਬਾਬਾ ਜੀ ਨੇ ਆਪਣੇ ਆਪ ਨੂੰ ਨੀਚ ਲਫ਼ਜ਼ ਆਖਿਆ। ਮੈਂ ਬਹੁਤਾ ਇਸ ਤੇ ਨਾ ਬੋਲਾਂ, ਕਿਉਂਕਿ ਬਾਰ-ਬਾਰ ਇਹ ਲਫ਼ਜ਼ ਮੂੰਹ ਚੋਂ ਗੁਰੂ ਵਾਸਤੇ ਕੱਢਣਾ ਇਹ ਸ਼ੋਭਾ ਨਹੀਂ। ਉਹ ਜੇਬਾ ਸੜ ਜਾਵੇ ਜਿਹੜੀ ਜੇਵਾ ਬਾਬੇ ਨੂੰ ਇਹ ਲਫ਼ਜ਼ ਕਵੇ। ਸੋ ਸਤਿਗੁਰੂ ਬਚਨ ਕਰਦੇ ਨੇ, ਨਾਨਕ ਨੀਚ ਕਹਿ ਵਿਚਾਰ, ਧਨ ਕਰੂਪ ਰਹਾ ਕਰਤਾਰ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ
ਬਚਨ ਕਰਦੇ ਨੇ, ਆਪਣੀ ਵਿਚਾਰ ਨੂੰ, ਆਪਣੇ ਅੰਦਰ ਦੀ ਖੇਡ ਨੂੰ ਪ੍ਰਗਟ ਕਰਦਿਆਂ ਜੀਵ ਨੂੰ ਸਮਝਾਉਂਦੇ ਨੇ, ਆਪਣੀ ਵਿਚਾਰ ਪ੍ਰਗਟ ਕਰਦੇ ਨੇ। ਜਿਸ ਜੀਵ ਦੇ ਅੰਦਰ ਦੇ ਹਾਲਾਤ ਇਹੋ ਜਿਹੇ ਹੋਣ ਜੋ ਉੱਪਰ ਕਿਹਾ ਗਿਆ ਹੈ, ਹਉ ਅਪਰਾਧੀ ਗੁਨਹਗਾਰ ਹੋਂ, ਬੇਮੁਖ ਮੰਦਾ ਚੋਰ ਯਾਰ ਜੁਆਰ ਹੋਂ, ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ। ਜਿੱਥੇ ਇਹ ਹਾਲਾਤ ਹੋਣ ਨਾ, ਹੁਣ ਆਪਣੇ ਆਪਣੇ ਅੰਦਰ ਚੈੱਕ ਕਰ ਲਈਏ ਇਹਨਾਂ ਵਿੱਚੋਂ ਕਿਹੜਾ ਔਗਣ ਸਾਡੇ ਅੰਦਰ ਏ। ਤੇ ਬਾਬਾ ਜੀ ਬਚਨ ਕਰਦੇ ਨੇ, ਇਹ ਜੀਵ ਜੋ ਤਾਣਕ ਰੂਪ ਦੇ ਵਿੱਚ, ਵਿਸ਼ਵਾਸ ਧੋਹੀ ਰੂਪ ਦੇ ਵਿੱਚ, ਵਿਸ਼ਵਾਸ ਘਾਤੀ ਦੇ ਰੂਪ ਦੇ ਵਿੱਚ, ਅਕਿਰਤ ਕਣ ਦੇ ਰੂਪ ਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਛਲ ਕਰਦਾ, ਕਪਟ ਕਰਦਾ, ਅੰਦਰੋਂ ਬਗਲੇ ਦੀ ਬਿਰਤੀ ਏ ਪਰ ਬਾਹਰੋਂ ਹੰਸ ਬਣਨਾ ਚਾਹੁੰਦਾ। ਉਹ ਤਾਣਕ ਹੈ, ਉਹ ਝੂਠਾ ਹੈ, ਉਹ ਕਪਟੀ ਹੈ। ਪਰ ਹੁਣ ਕਪਟੀ ਬਖਸ਼ਿਆ ਕਿਵੇਂ ਜਾਵੇ? ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਸੋ ਇਹਨਾਂ ਪਵਿੱਤਰ ਬਚਨਾਂ ਦੇ ਵਿੱਚ ਜੀਵ ਦੀ ਅੰਦਰ ਦੀ ਹਾਲਾਤ ਬਿਆਨ ਕਰਦਿਆਂ ਮੇਰੇ ਸਤਿਗੁਰੂ ਦੀਨ ਦਿਆਲ ਨੇ ਬੜੇ ਸੁੰਦਰ ਢੰਗ ਨਾਲ ਇਸ ਸ਼ਬਦ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ। ਇੱਕ ਪਰਮਾਤਮਾ ਨਾਲ ਜੁੜੀਏ, ਇੱਕ ਗੁਰੂ ਦੇ ਬਣੀਏ, ਇੱਕ ਦੇ ਆਸਰੇ ਰਹੀਏ। ਬਹੁਤੇ ਭਰੋਸੇ ਰੱਖਣ ਵਾਲਾ ਕਦੇ ਕਿਨਾਰੇ ਨਹੀਂ ਪਹੁੰਚਦਾ। ਇੱਕ ਤੇ ਭਰੋਸਾ ਰੱਖੀਏ, ਮੋਕੋ ਤੋਂ ਭਰੋਸੋ ਸ੍ਰੀ ਗ੍ਰੰਥ ਮਹਾਰਾਜ ਪੈ। ਇੱਕ ਭਰੋਸਾ ਹੋਵੇ ਗੁਰੂ ਦਾ। ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਾਰਿਆਂ ਦਾ, ਪ੍ਰਬੰਧਕ ਜਨਾਂ ਦਾ, ਮੇਰੇ ਵੀਰਾਂ ਦਾ, ਜਿਨ੍ਹਾਂ ਨੇ ਪ੍ਰੇਮ ਦੇ ਵਿੱਚ, ਪਿਆਰ ਦੇ ਵਿੱਚ ਗੁੜਚ ਹੋ ਕੇ ਅੱਜ ਦੀ ਵਿਚਾਰ ਨੂੰ ਸਰਵਣ ਕੀਤਾ। ਭੁੱਲਾਂ ਬਖਸ਼ ਲੈਣਾ, ਗੱਜ ਵੱਜ ਕੇ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ, ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ